GMSC ਦਾ ਹੁਣ ਸਾਡਾ ਟੌਪਿਕ ਹੈ ਬ੍ਰੈਸ਼ਨਹਮ ਸਰਕਲ ਡਰਾਇੰਗ ਐਲਗੋਰਿਦਮ। ਇਸ ਦੇ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਜਸਟ ਐਲਗੋ ਤੇ ਨਿਊਮੈਰੀਕਲਸ ਤੇ ਹੀ ਫੋਕਸ ਕਰਾਂਗੇ। ਐਲਗੋ ਦੀ ਡੈਰੀਵੇਸ਼ਨ ਆਪਾਂ ਅਲੱਗ ਵੀਡੀਓ ਦੇ ਵਿੱਚ ਕੀਤੀ ਹੋਈ ਹੈ ਤੇ ਐਲਗੋ ਮਤਲਬ ਸਰਕਲ ਦੀ ਜਿਹੜੇ ਬੇਸਿਕਸ ਨੇ ਉਹ ਵੀ ਆਪਾਂ ਅਲੱਗ ਵੀਡੀਓ ਦੇ ਵਿੱਚ ਕਵਰ ਕੀਤੇ ਨੇ। ਤਾਂ ਹੁਣ ਆਪਣਾ ਮੇਨ ਫੋਕਸ ਬ੍ਰੈਸ਼ਨਹਮ ਸਰਕਲ ਡਰਾਇੰਗ ਐਲਗੋਰਿਦਮ। ਤਾਂ ਬ੍ਰੈਸ਼ਨਹਮ ਨੇ ਵੀ ਜਿਹੜੀ ਸਰਕਲ ਡਰਾਇੰਗ ਐਲਗੋਰਿਦਮ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ ਕਿ ਤੁਸੀਂ ਕੀ ਕਰੋ, ਜੋ ਤੁਹਾਡਾ ਮਤਲਬ ਸਕਰੀਨ ਤੇ ਤੁਸੀਂ ਸਰਕਲ ਜੋ ਹੈ ਉਹ ਡਰਾ ਕਰਨਾ ਗਾ। ਕਲੀਅਰ ਹੈ। ਤਾਂ ਤੁਸੀਂ ਸਰਕਲ ਡਰਾ ਕਰਦੇ ਸਮੇਂ ਆਪਾਂ ਜੋ ਬੇਸਿਕਸ ਕੀਤੇ ਸੀ ਕਿ ਤੁਸੀਂ ਸਿਰਫ ਇੱਕ ਆਕਟੈਂਟ ਦਾ ਕਰੋ, ਮਤਲਬ ਇੰਨਾ ਕੁ ਸਰਕਲ ਡਰਾ ਕਰ ਲਓ, ਠੀਕ ਹੈ। ਬਾਕੀ ਉਹੀ ਵੈਲਿਊਜ਼ ਐਕਸ ਵਾਈ ਕਮਾ ਕੇ ਤੁਹਾਡੇ ਕੋਲ ਇੰਨਾ ਹੋ ਜਾਊਗਾ ਤੇ ਜਦੋਂ ਇਹ ਪੂਰਾ ਹੋਊਗਾ ਸਰਕਲ ਤਾਂ ਬਾਕੀ ਜਿਹੜੇ ਰਹਿੰਦੇ ਹਿੱਸੇ ਨੇ ਉਹ ਵੀ ਤੁਹਾਡੇ ਜਿਹੜੇ ਨੇ ਡਰਾ ਹੋ ਜਾਣਗੇ। ਤਾਂ ਇਹਦੇ ਲਈ ਹੁਣ ਅਸੀਂ ਇਹ ਵਾਲਾ ਐਗਜ਼ਾਮਪਲ ਮੰਨ ਕੇ ਚੱਲਦੇ ਹਾਂ ਕਿ ਅਸੀਂ ਇੱਦਾਂ ਡਰਾ ਕਰਨਾ। ਤਾਂ ਉਸ ਦੇ ਲਈ ਆਪਾਂ ਫਾਰਮੂਲਾ ਬੇਟਾ ਆਲਰੇਡੀ ਡਰਾਈਵ ਕੀਤੇ ਹੋਏ ਨੇ। ਤਾਂ ਆਪਾਂ ਜਿਹੜੇ ਫਾਰਮੂਲੇ ਕੀਤੇ ਸੀ ਉਹ ਆਪਾਂ ਉਹਦੇ ਨਾਲ ਹੀ ਫੋਕਸ ਕਰਦੇ ਹਾਂ। ਅਸੀਂ ਕਹਿੰਦੇ ਸੀ ਸ਼ੁਰੂ ਦੇ ਵਿੱਚ ਇਨੀਸ਼ੀਅਲ ਪੈਰਾਮੀਟਰ ਤੁਸੀਂ ਇਸ ਤਰੀਕੇ ਨਾਲ ਕੱਢੋਗੇ 3 - 2 × r ਮੀਨ ਸਾਡਾ ਰੇਡੀਅਸ। ਉਸ ਤੋਂ ਬਾਅਦ ਜੇ ਸਾਡਾ ਜਿਹੜਾ ਡਿਸੀਜ਼ਨ ਪੈਰਾਮੀਟਰ ਹੈ ਜਿੰਨੇ ਵਾਰ ਵੀ ਉਹ 0 ਤੋਂ ਛੋਟਾ ਹੋਊਗਾ ਉਦੋਂ ਅਸੀਂ ਆਹ ਵਾਲਾ ਫਾਰਮੂਲਾ ਲਗਾ ਕੇ ਐਕਸ ਵਾਈ ਦੀ ਵੈਲਿਊਜ਼ ਜਿਹੜੀਆਂ ਨੇ ਕੈਲਕੂਲੇਟ ਕਰਿਆ ਕਰਾਂਗੇ, ਐਕਸ ਦੀ, ਵਾਈ ਦੀ ਤੇ ਅਗਲੇ ਡਿਸੀਜ਼ਨ ਪੈਰਾਮੀਟਰ ਦੀ। ਤੇ ਜਦੋਂ ਵੀ ਡਿਸੀਜ਼ਨ ਪੈਰਾਮੀਟਰ ਸਾਡਾ 0 ਤੋਂ ਵੱਡਾ ਆਊਗਾ ਜਾਂ ਇਕੁਅਲ ਆਊਗਾ ਉਦੋਂ ਅਸੀਂ ਇਸ ਤਰੀਕੇ ਨਾਲ ਜਿਹੜੀਆਂ ਨੇ ਉਹ ਫੋਲੋ ਕਰਨੀਆਂ। ਤਾਂ ਹੁਣ ਅਸੀਂ ਕੀ ਕਹਿ ਰਹੇ ਹਾਂ, ਤੁਸੀਂ ਕੀ ਕਰੋ ਐਕਸ ਵਾਈ ਲੈ ਲਓ। ਹੁਣ ਐਕਸ ਵਾਈ ਦੀ ਵਿੱਚ ਆਪਾਂ ਪਹਿਲੀ ਜਿਹੜੀ ਐਲਗੋ ਕਰ ਰਹੇ ਹਾਂ ਕਿ ਤੁਹਾਡੇ ਨੂੰ ਐਕਸ ਵਾਈ ਮਿਲ ਗਿਆ ਤੁਹਾਡਾ, ਠੀਕ ਹੈ। ਹੁਣ ਜੋ ਸਾਡਾ ਐਕਸ ਹੈ ਬੇਟਾ ਦੇਖੋ ਸ਼ੁਰੂ 'ਚ ਅਸੀਂ ਇੱਥੋਂ ਬਣਾਉਣਾ ਸ਼ੁਰੂ ਕਰ ਰਹੇ ਹਾਂ ਸਰਕਲ। ਤਾਂ ਓਬਵੀਅਸ ਸਾਡਾ ਐਕਸ ਅਸੀਂ ਕੀ ਮੰਨਾਂਗੇ 0, ਕਿਉਂਕਿ ਆਪਾਂ ਸਿਰਫ ਇੰਨੇ ਹਿੱਸੇ ਦਾ ਸਰਕਲ ਪਹਿਲਾਂ ਡਰਾ ਕਰਕੇ ਦਿਖਾਉਣਾ 90 ਡਿਗਰੀ ਤੋਂ ਲੈ ਕੇ 45 ਡਿਗਰੀ ਤੱਕ ਦਾ। ਤਾਂ ਅਸੀਂ ਕਿਹਾ ਕਿ ਐਕਸ 0 ਹੋ ਗਈ, ਵਾਈ ਓਬਵੀਅਸ ਤੁਹਾਡਾ ਜਿੰਨਾ ਰੇਡੀਅਸ ਹੈ। ਹੁਣ ਮੈਂ ਸਰਕਲ ਡਰਾ ਕਰ ਰਹੀ ਹਾਂ ਬੇਟਾ, ਇੱਥੋਂ ਕਰ ਰਹੀ ਹਾਂ ਮੈਂ ਓਰੀਜਨ ਤੋਂ, ਤਾਂ ਵਾਈ ਮੇਰੀ ਉਨੀ ਹੋਣਾ ਜਿੰਨਾ ਰੇਡੀਅਸ ਹੋਊਗਾ ਸਰਕਲ ਦੇ, ਜਿੰਨੇ ਰੇਡੀਅਸ 'ਤੇ ਅਸੀਂ ਘੁਮਾਉਣਾ ਸਰਕਲ। ਤਾਂ ਸ਼ੁਰੂ ਦੇ ਵਿੱਚ ਐਕਸ 0 ਹੋ ਗਈ ਸਾਡੀ, ਵਾਈ ਜਿਹੜੀ ਹੈ ਸਾਡੀ ਉਹ ਰੇਡੀਅਸ ਜਿੰਨੀ ਹੋ ਗਈ। ਅਤੇ ਅਸੀਂ ਇਨੀਸ਼ੀਅਲ ਪੈਰਾਮੀਟਰ ਦੀ ਵੈਲਿਊ 3 - 2 × r ਨਾਲ ਕੈਲਕੂਲੇਟ ਕੀਤੀ। ਕਰਨ ਤੋਂ ਬਾਅਦ ਅਸੀਂ ਚੈੱਕ ਕਰਦੇ ਹਾਂ ਜੋ ਸਾਡੇ ਕੋਲ ਆ ਗਈ ਵੈਲਿਊ ਉਸੇ ਹੀ ਜਗ੍ਹਾ 'ਤੇ ਅਸੀਂ ਸਾਡੇ ਪੁਆਇੰਟਸ ਨੂੰ ਪਲਾਟ ਕਰਤਾ, ਪਿਕਸਲ ਲਗਾਤਾ। ਹੁਣ ਨੈਕਸਟ ਪਿਕਸਲ ਦੀ ਵੈਲਿਊ ਕੈਲਕੂਲੇਟ ਕਰਨ ਦੇ ਲਈ ਦੁਬਾਰਾ ਤੁਸੀਂ ਤੁਹਾਡੇ ਡਿਸੀਜ਼ਨ ਪੈਰਾਮੀਟਰ ਦੀ ਪਹਿਲਾਂ ਚੈੱਕ ਕਰੋ। ਜੋ ਪਹਿਲਾਂ ਡਿਸੀਜ਼ਨ ਪੈਰਾਮੀਟਰ ਦੀ ਵੈਲਿਊ ਆਈ ਸੀ ਉਹਦੇ ਲਈ ਦੋ ਕੇਸ, ਕਿ ਉਹ 0 ਤੋਂ ਛੋਟੀ ਸੀ ਜਾਂ 0 ਤੋਂ ਵੱਡੀ ਜਾਂ ਬਰਾਬਰ ਸੀ। ਛੋਟੀ ਸੀ ਤਾਂ ਅਸੀਂ ਕੀ ਕਰ ਰਹੇ ਹਾਂਗੇ ਐਕਸ ਨੂੰ 1 ਵਧਾਵਾਂਗੇ, ਵਾਈ ਪੁਰਾਣੀ ਰੱਖਾਂਗੇ, ਅਗਲਾ ਡਿਸੀਜ਼ਨ ਪੈਰਾਮੀਟਰ ਇਸ ਤਰੀਕੇ ਨਾਲ ਫਾਈਂਡ ਆਊਟ ਕਰਾਂਗੇ। ਅਤੇ ਜੇ ਤੁਹਾਡੇ ਪੀਕੇ ਦੀ ਵੈਲਿਊ ਗ੍ਰੇਟਰ ਦੈਨ 0 ਜਾਂ ਇਕੁਅਲ ਟੂ 0 ਆਉਂਦੀ ਉਹਦੇ ਐਕਸ 1 ਨਾਲ ਵਧਾਵਾਂਗੇ, ਵਾਈ ਅਸੀਂ 1 ਮਾਈਨਸ ਕਰਾਂਗੇ ਅਤੇ ਅਗਲਾ ਡਿਸੀਜ਼ਨ ਪੈਰਾਮੀਟਰ ਇਸ ਤਰੀਕੇ ਨਾਲ ਫਾਈਂਡ ਆਊਟ ਕਰਾਂਗੇ। ਹੁਣ ਸਿੰਪਲ ਗੱਲ, ਹਾਲਾਂਕਿ ਆਪਾਂ ਬੇਸਿਕਸ ਕੀਤੇ ਹੋਏ ਨੇ, ਫਿਰ ਵੀ ਮੈਂ ਇੱਕ ਬੋਲ ਰਹੀ ਹਾਂ ਚੀਜ਼ ਵੀ ਐਕਸ ਵੱਧ ਰਿਹਾ, ਵਾਈ ਪੁਰਾਣੀ ਰਹਿ ਰਹੀ ਹੈ ਜਾਂ ਵਾਈ 1 ਘੱਟ ਰਹੀ ਹੈ। ਉਹਦਾ ਰੀਜ਼ਨ ਕੀ ਹੈ, ਕੁਝ ਇਸ ਡਾਇਰੈਕਸ਼ਨ 'ਤੇ ਤੁਹਾਡਾ ਹੈ। ਤਾਂ ਅਸੀਂ ਜਦੋਂ ਇੰਨੇ ਹਿੱਸੇ ਦੇ ਵਿੱਚ ਬੇਟਾ ਪੁਆਇੰਟਸ ਲਗਾਉਂਦੇ ਆ ਰਹੇ ਹਾਂ, ਤੁਸੀਂ ਬੇਸਿਕਸ ਦੇਖੋ ਐਕਸ ਦੀ ਵੈਲਿਊ ਵੱਧਦੀ ਜਾ ਰਹੀ ਹੈ, ਐਕਸ ਤਾਂ ਹਰ ਵਾਰ ਵੱਧ ਹੀ ਰਹਿਣਾ। ਵਾਈ ਦੀ ਵੈਲਿਊ ਜਾਂ ਤਾਂ ਘੱਟ ਜੂਗੀ ਜਾਂ ਪੈਨ ਵਾਲੀ ਰਹਿ ਜੂ, ਮਤਲਬ ਇੱਕ ਪਿਕਸਲ ਮੇਰਾ ਇੱਥੇ ਆ, ਅਗਲਾ ਪਿਕਸਲ ਮੈਂ ਇੱਥੇ ਹੀ ਲਗਾਉਣਾ, ਠੀਕ ਹੈ। ਵਾਈ ਦੀ ਅਸੀਂ ਪੋਜੀਸ਼ਨ 'ਤੇ ਲਗਾਵਾਂਗੇ ਪੁਰਾਣੀ ਹੈ, ਅਤੇ ਜੇ 1 ਘੱਟ ਕੇ ਕੋਈ ਅਸੀਂ ਵਾਈ ਡਾਊਨ ਨੂੰ ਆ ਰਹੇ ਹਾਂ ਨਾ, ਦੇਖੀਏ ਜੇ ਅਸੀਂ ਆਪਾਂ ਵਾਈ ਡਾਊਨ ਹੋ ਰਹੀ ਹੈ ਤਾਂ ਉਹ ਜਾਂ ਤਾਂ ਅਸੀਂ ਵਾਈ ਪੁਰਾਣੀ ਰੱਖ ਦਿੰਦੇ ਜਾਂ ਵਾਈ ਨੂੰ 1 ਘਟਾ ਲੈਂਦੇ ਹਾਂ। ਉਸ ਤੋਂ ਬਾਅਦ ਅਸੀਂ ਜੋ ਐਕਸ ਵਾਈ ਦੀਆਂ ਜੋ ਵੈਲਿਊਜ਼ ਕੰਪਿਊਟ ਕਰੀ ਜਾਂਦੇ ਹਾਂ, ਠੀਕ ਹੈ। ਤਾਂ ਜੇ ਇਸੇ ਤਰੀਕੇ ਨਾਲ ਕਰਦੇ ਰਹਾਂਗੇ, ਮਤਲਬ 3rd 4th ਸਟੈਪ ਦੇ ਵਿੱਚ ਅਸੀਂ ਕੰਮ ਕਰਦੇ ਰਹਾਂਗੇ। ਪਰ ਇੱਕ ਚੀਜ਼ ਧਿਆਨ 'ਚ ਰੱਖਿਓ, ਜੇ ਜਿਹੜਾ ਤੁਹਾਡਾ ਸਰਕਲ ਦਾ ਸੈਂਟਰ ਪੁਆਇੰਟ ਹੈ ਉਹ ਓਰੀਜਨ 'ਤੇ ਹੈ 0 0 ਦੇ ਉੱਪਰ ਤੁਹਾਡਾ ਉਹ ਮੈਡਮ ਬੁਲਾ ਰਹੇ ਮੈਨੂੰ, ਮੈਂ ਜਾ ਰਹੀ ਇੱਕ ਵਾਰੀ, ਮੈਂ ਸ਼ਾਮ ਨੂੰ ਕਰ ਦੂੰਗੀ, ਠੀਕ ਹੈ। ਜੇ ਤੁਹਾਡਾ ਸਰਕਲ ਜਿਹੜਾ ਹੈਗਾ ਉਹ ਓਰੀਜਨ 'ਤੇ ਆ ਮੀਨਸ 0 0 ਦੇ ਉੱਪਰ ਆ, ਤਾਂ ਦੇਖੋ ਇਹ ਆਪਣਾ ਐਕਸ ਵਾਈ ਕੋਆਰਡੀਨੇਟਸ ਆ, ਠੀਕ ਹੈ ਬੇਟਾ। ਆ -x ਆ, ਇੱਧਰ ਆਪਣਾ x ਆ, -y ਆ, y ਆ। ਇਹ ਤਾਂ ਸਾਡਾ ਜਿਹੜਾ ਆਹ ਵਾਲਾ ਇਹ ਤਾਂ ਸਾਡਾ 0 0 ਹੁੰਦਾ ਨਾ, ਯਾਨੀ ਕਿ ਓਰੀਜਨ। ਜੇ ਅਸੀਂ ਸਰਕਲ ਇੱਥੋਂ ਘੁਮਾ ਰਹੇ ਹਾਂ ਮਤਲਬ ਸਾਡਾ ਸਰਕਲ ਓਰੀਜਨ 'ਤੇ ਬਣ ਰਿਹਾ। ਅੱਛਾ, ਜੇ ਇਹੀ ਐਗਜ਼ਾਮਪਲ ਮੈਂ ਕੁਛ ਇੱਦਾਂ ਲਾਵਾਂ ਵੀ ਸਰਕਲ ਦਾ ਮੈਂ ਸੈਂਟਰ ਪੁਆਇੰਟ ਇਹਨੂੰ ਮੰਨਿਆ ਅਤੇ ਮੈਂ ਸਰਕਲ ਇੱਥੋਂ ਐਵੇਂ ਡਰਾ ਕੀਤਾ, ਫਿਰ ਨਹੀਂ ਨਾ ਅਸੀਂ ਕਹਾਂਗੇ ਵੀ ਇਹ ਓਰੀਜਨ 'ਤੇ ਆ। ਤਾਂ ਸਿੰਪਲ ਗੱਲ ਹੈ, ਜਦੋਂ ਤਾਂ ਓਰੀਜਨ 'ਤੇ ਆ 0 0 'ਤੇ ਹੈਗਾ ਉਹ ਤਾਂ ਪਿੱਛੋਂ ਡਰਾ ਕਰਦਾ, ਜੋ ਪੁਆਇੰਟਸ ਕੱਢੀ ਜਾਂਦੇ ਉਹਦੇ ਅਕੋਰਡਿੰਗ ਡਰਾ ਕਰਤਾ। ਬਟ ਜਦੋਂ ਜਿਹੜਾ ਮੇਰਾ ਸਰਕਲ ਹੈ ਉਹ ਓਰੀਜਨ 'ਤੇ ਨਹੀਂ ਹੈਗਾ, ਕੁਛ ਹੋਰ ਜਗ੍ਹਾ 'ਤੇ ਆ, ਤਾਂ ਜੋ ਜਿੰਨੀ ਜਗ੍ਹਾ 'ਤੇ ਹੈ ਉਨਾ ਓਰੀਜਨ ਦੇ ਵਿੱਚ ਪਲੱਸ ਕਰਕੇ ਤੁਸੀਂ ਪਲਾਟ ਕਰੋਗੇ। ਮਤਲਬ ਜੇ ਮੈਂ ਕਹਾਂ ਮੈਂ ਨਾ ਜਿਹੜਾ ਸਰਕਲ ਹੈ ਉਹ ਵਾਈ ਦੇ 10 ਐਕਸ ਦੇ 10 'ਤੇ ਡਰਾ ਕਰਨਾ, ਇੱਥੇ ਨਹੀਂ ਡਰਾ ਕਰਨਾ। ਸਪੋਜ਼ ਕਰੋ ਐਕਸ ਦਾ 10 ਇੱਥੇ ਆ, ਵਾਈ ਦਾ 10 ਇੱਥੇ, ਤਾਂ ਅਸੀਂ ਕੁਛ ਇੱਥੇ ਸਰਕਲ ਲੈ ਕੇ ਸੈਂਟਰ ਇੱਥੋਂ ਮੈਂ ਜਿਹੜਾ ਹੈ ਉਹ ਡਰਾ ਕਰਤਾ।
ਤਾਂ ਯਾਨੀ ਕਿ ਕੁਛ ਨਹੀਂ, ਜਿਹੜੇ ਵੀ ਅਸੀਂ ਪੁਆਇੰਟਸ ਕੈਲਕੂਲੇਟ ਕਰਾਂਗੇ ਹਮੇਸ਼ਾ ਉਹਦੇ ਵਿੱਚ 10 ਪਲੱਸ ਹੋ ਕੇ ਸਾਡਾ ਸਰਕਲ ਦਾ ਪੁਆਇੰਟ ਲੱਗੂਗਾ। ਕਿਉਂ, ਜਿੱਥੇ ਮੈਂ ਪਹਿਲਾਂ ਇੱਥੇ ਲਗਵਾਉਣਾ ਸੀ ਸਪੋਜ਼ ਕਰੋ, ਹੁਣ ਉਦੋਂ 10 ਪਲੱਸ ਕਰਕੇ ਸਰਕਲ ਦਾ ਅਸੀਂ ਪਲਾਟ ਕਰਾਂਗੇ। ਆਈ ਥਿੰਕ ਤੁਸੀਂ ਸਮਝ ਰਹੇ ਹੋ ਇਹ ਗੱਲ ਕਿ ਜੇ ਸਰਕਲ ਓਰੀਜਨ 'ਤੇ ਹੈ ਤਾਂ ਉਹ ਜਿਵੇਂ ਅਸੀਂ ਪੁਆਇੰਟਸ ਉੱਪਰ ਕੈਲਕੂਲੇਟ ਕੀਤੇ ਉੱਥੇ ਲਗਾਉਂਦੇ ਰਹੋ। ਨਹੀਂ, ਜਿੰਨੀ ਅਸੀਂ ਵੈਲਿਊ ਸੈਂਟਰ ਦੀ ਦਿੱਤੀ ਸੀ ਤੇ ਵਾਈ ਨੂੰ ਪਲਾਟ ਕਰਨ ਤੋਂ ਵੈਲਿਊਜ਼ ਨੂੰ ਪਲਾਟ ਕਰਨ ਤੋਂ ਪਹਿਲਾਂ ਉਨਾ ਹੀ ਉਹਦੇ ਵਿੱਚ ਉਹ ਵੈਲਿਊ ਜੋੜ ਕੇ ਓਰੀਜਨ ਦੇ ਵਿੱਚ ਜੋੜ ਕੇ ਫਿਰ ਸਰਕਲ ਦੇ ਪੁਆਇੰਟਸ ਨੂੰ ਕੈਲਕੂਲੇਟ, ਮਤਲਬ ਤੁਸੀਂ ਪਿਕਸਲ ਦੀ ਵੈਲਿਊ ਉੱਥੇ ਲਗਾਓ। ਕਿਉਂਕਿ ਇਹ ਜਿਹੜੀ ਕੰਪਲੀਟ ਕੀਤੀ ਸੀ ਓਰੀਜਨ ਮੰਨ ਕੇ ਚੱਲ ਰਹੇ ਹਾਂ, ਤਾਂ ਫਿਰ ਜਿੰਨੀ ਦੂਰੀ ਤੇ ਅਸੀਂ ਕਿਹਾ ਬਣਾਉਣ ਨੂੰ ਉਨੀ ਦੂਰੀ ਦੇ ਵਿੱਚ ਪਲੱਸ ਕਰੋ। ਤੇ ਇਹ ਵਾਲੇ ਸਟੈਪਸ ਨੇ ਜਿਹੜੇ ਤੁਹਾਡੇ, ਉਹ ਥਰਡ ਤੇ ਫੋਰਥ ਸਟੈਪ ਉਹਨਾਂ ਟਾਈਮ ਰਿਪੀਟ ਕਰਦੇ ਰਹੋ ਜਿੰਨਾ ਟਾਈਮ ਜਿਹੜੀ ਤੁਹਾਡੇ ਐਕਸ ਦੀ ਵੈਲਿਊ ਹੈ ਉਹ ਗ੍ਰੇਟਰ ਦੈਨ ਜਾਂ ਇਕੁਅਲ ਟੂ ਨਹੀਂ ਹੁੰਦੀ ਵਾਈ ਦੇ। ਮੈਂ ਉਹ ਪੁੱਛਦੀ ਸੀ ਕਿ ਵੀ ਹਵਾ ਮਾਰਨ ਨਾਲ ਕੀਬੋਰਡ ਵਗੈਰਾ ਸਾਫ਼ ਕਰਨ ਨਾਲ ਹੈ ਲੋਰ ਆਪਣੇ ਕੋਲ ਤਾਂ ਹੈ ਨਹੀਂ ਇੱਥੇ। ਤਾਂ ਦੇਖੋ ਹੁਣ ਦੁਬਾਰਾ ਚੈੱਕ ਕਰਗੇ ਆਪਾਂ ਕਿਹਾ ਕਿ ਥਰਡ ਤੇ ਫੋਰਥ ਸਟੈਪ ਉਹਨਾਂ ਟਾਈਮ ਚੱਲਣਗੇ ਜਿੰਨਾ ਟਾਈਮ ਐਕਸ ਵੱਡਾ ਰਹੂਗਾ। ਹੁਣ ਕੋਮਨ ਸੈਂਸ ਹੈ ਬੇਟਾ, ਇੱਥੋਂ ਤੱਕ ਆਪਾਂ ਕਹਿੰਦਾ 45 ਦੀ ਡਿਗਰੀ ਤੱਕ ਆਪਾਂ ਸਿਰਫ ਇੱਕ ਵਾਰ ਇੰਨੇ ਪਿਕਸਲ ਕੱਢਣੇ ਆ, ਕਿਉਂਕਿ ਇੰਨੇ ਪਿਕਸਲਸ ਤੱਕ ਐਕਸ ਵੱਧ ਰਿਹਾ ਸੀ। ਠੀਕ ਹੈ, ਫਿਰ ਜਦੋਂ ਐਕਸ ਘਟਣਾ ਸ਼ੁਰੂ ਹੋ ਜੂ, ਮੰਨ ਲਓ ਐਵੇਂ ਕਰਕੇ ਐਕਸ ਘਟਣਾ ਸ਼ੁਰੂ ਹੋ ਜੂਗਾ, ਤਾਂ ਉਦੋਂ ਅਸੀਂ ਕੀ ਕਰਾਂਗੇ, ਉਦੋਂ ਨਹੀਂ ਆਹ ਵਾਲਾ ਲੌਜਿਕ ਫੋਲੋ ਕਰਨਾ, ਅਸੀਂ ਸਿਰਫ ਇੱਥੋਂ ਤੱਕ ਹੀ ਐਕਸਲ ਨੂੰ ਚਲਾਉਣਾ। ਤਾਂ ਅਸੀਂ ਕਹਾਂਗੇ ਜਿੰਨਾ ਟਾਈਮ ਐਕਸ ਵੱਡਾ ਜਾਂ ਬਰਾਬਰ ਨਹੀਂ ਹੁੰਦਾ 22 ਦੇ, ਜਦੋਂ 22 ਦੇ ਬਰਾਬਰ ਆ ਗਿਆ ਫਿਰ ਐਕਸ ਦੂਜੂ ਚੱਲਣਾ ਸ਼ੁਰੂ ਹੋ ਜੂਗਾ। ਅਸੀਂ ਅਲੱਗ-ਅਲੱਗ ਔਕਟੈਂਟ ਕੱਢੇ ਹੋਏ ਨੇ ਸਾਡੇ, ਤਾਂ ਕਰਕੇ ਅਸੀਂ ਉਹਨਾਂ ਟਾਈਮ ਨੂੰ ਸਟੈਪਸ ਨੂੰ ਚਲਾਈ ਜਾਵਾਂਗੇ। ਹੁਣ ਇੰਨੇ ਸਟੈਪ ਕਰਨ ਤੋਂ ਬਾਅਦ ਥਰਡ ਫੋਰਥ ਤੋਂ ਬਾਅਦ ਸਾਡੇ ਕੋਲ ਜਿੰਨੇ ਵੀ ਪੁਆਇੰਟਸ ਨਿਕਲੇ ਨੇ ਉਹ ਸਿਰਫ ਇੱਕ ਔਕਟੈਂਟ ਦੇ ਨੇ। ਉਸ ਤੋਂ ਬਾਅਦ ਅਸੀਂ 8 ਵੇ ਸਿਮੈਟਰੀ ਲਗਾ ਕੇ ਅਗਲੇ ਪੁਆਇੰਟਸ ਦੇ ਜਿਹੜੇ ਨੇ ਉਹ ਕੈਲਕੂਲੇਟ ਕਰ ਸਕਦੇ ਹਾਂ। ਹੁਣ ਅਸੀਂ ਜੋ ਫਾਈਂਡ ਆਊਟ ਕੀਤਾ ਉਹ ਸਿਰਫ ਔਕਟੈਂਟ 1 ਤੇ ਫਾਈਂਡ ਆਊਟ ਕੀਤਾ ਬੇਟਾ, ਵੇਟ ਓਕੇ, ਔਕਟੈਂਟ 1 ਦੇ ਹੀ ਸਿਰਫ ਅਸੀਂ ਫਾਈਂਡ ਆਊਟ ਕੀਤੇ ਆ ਇੰਨੇ ਪਿਕਸਲ, ਮਤਲਬ ਇੱਥੇ ਜੋ ਪਿਕਸਲ ਲੱਗ ਰਿਹਾ ਸੀ ਉਹ ਕੈਲਕੂਲੇਟ ਕਰ ਲਏ। ਇਹਨਾਂ ਪਿਕਸਲਸ ਨੂੰ ਵੀ ਅਸੀਂ ਕਰ ਲਾਂਗੇ, ਜਸਟ ਕੀ ਕਰੋ ਐਕਸ ਵਾਈ ਦੀਆਂ ਵੈਲਿਊਜ਼ ਨੂੰ ਚੇਂਜ ਕਰ ਦਿਓ। ਓਕੇ ਆ, ਇੰਨਾ ਕਰਨ ਤੋਂ ਬਾਅਦ ਫਿਰ ਤੁਹਾਡੇ ਕੋਲ ਪੂਰੇ ਇੱਕ ਕੁਆਡਰੈਂਟ ਦੇ ਆ ਜਾਣਗੇ। ਫਿਰ ਉਹੀ ਅਗਲੇ ਕੁਆਡਰੈਂਟ ਲਈ ਫੋਲੋ ਕਰੋ, ਆਹ ਵਾਲਾ ਲੌਜਿਕ ਲਗਾ ਕੇ, ਅਗਲੇ ਕੁਆਡਰੈਂਟ ਲਈ ਫੋਲੋ ਕਰੋ ਇਹ ਲੌਜਿਕ ਲਗਾ ਕੇ, ਅਗਲੇ ਕੁਆਡਰੈਂਟ ਲਈ ਇਹ ਵਾਲਾ ਲੌਜਿਕ। ਸਾਡੀ ਐਲਗੋ ਜਦੋਂ ਚੱਲੂ, ਐਲਗੋ ਸਿਰਫ ਇੱਕ ਦੇ ਹੀ ਔਕਟੈਂਟ ਦੇ ਫਾਈਂਡ ਆਊਟ ਕਰਕੇ ਦਿਓ ਸਾਨੂੰ, ਬਾਕੀ ਅਸੀਂ ਆਪਣੇ ਆਪ ਕਮਾ ਕੇ ਉਹਨਾਂ ਨੂੰ ਚੈੱਕ ਕਰ ਲਾਂਗੇ। ਤਾਂ ਹੁਣ ਇੱਕ ਪ੍ਰੋਬਲਮ ਵੀ ਦੇਖ ਲੈਂਦੇ ਆਪਾਂ। ਸਪੋਜ਼ ਕਰੋ ਕਹਿੰਦੇ ਤੁਸੀਂ ਸਰਕਲ ਲਗਾਉਣਾ 0 0 ਤੋਂ, ਮਤਲਬ ਸੈਂਟਰ ਤੋਂ ਸਰਕਲ ਲਗਾਉਣਾ ਜਿਹਦਾ ਕਿ ਰੇਡੀਅਸ 8 ਹੈ, ਯਾਨੀ ਕਿ ਕੁਝ ਇੱਦਾਂ ਸਰਕਲ ਨੂੰ ਅਸੀਂ 8 ਤੋਂ ਇੱਦਾਂ ਘੁਮਾ ਦਿਆਂਗੇ। ਓਕੇ ਆ, ਹੁਣ ਉਹਦੇ ਪੁਆਇੰਟਸ ਨੂੰ ਕੰਪਿਊਟ ਕਰਨ ਦੇ ਲਈ ਐਕਸ ਵਾਈ ਤਾਂ ਸਾਡੀ ਸ਼ੁਰੂ ਦੇ ਵਿੱਚ ਕਿੰਨੀ ਆ 0 ਆ, ਸਾਡਾ ਰੇਡੀਅਸ ਕਿੰਨਾ 8, ਤਾਂ ਅਸੀਂ ਕਿਹਾ ਸੀ ਵਾਈ ਨੂੰ ਰੇਡੀਅਸ ਜਿੰਨਾ ਮੰਨ ਲਓ। ਇਨੀਸ਼ੀਅਲ ਪੈਰਾਮੀਟਰ ਦੀ ਫਾਰਮੂਲਾ ਲਗਾ ਕੇ ਇਨੀਸ਼ੀਅਲ ਵੈਲਿਊ ਕੰਪਿਊਟ ਕਰੋ ਡਿਸੀਜਨ ਪੈਰਾਮੀਟਰ ਦੀ, ਜੋ ਕਿ -13 ਆ ਰਹੀ ਹੈ। -13 ਆ ਗਈ ਯਾਨੀ ਕਿ 0 ਤੋਂ ਛੋਟੀ ਹੈ ਤੇ ਕੇਸ 1 ਫੋਲੋ ਕਰੋ, ਅਗਲੀਆਂ ਵੈਲਿਊਜ਼ ਕੰਪਿਊਟ ਕਰੋ, ਉਸ ਤੋਂ ਅਗਲਾ ਡਿਸੀਜਨ ਪੈਰਾਮੀਟਰ ਵੀ ਕੰਪਿਊਟ ਕਰ ਲਓ। ਹੁਣ ਸਟੈਪ 4 ਨੋਟ ਕਰਿਓ, ਇੱਥੇ ਨਹੀਂ ਲੱਗੂਗਾ, ਕਿਉਂ ਸਟੈਪ 4 ਤਾਂ ਅਸੀਂ ਵੀ ਜੇ ਸਰਕਲ ਓਰੀਜਨ 'ਤੇ ਨਹੀਂ ਬਣਾ ਰਹੇ, ਮੈਂ ਤੁਹਾਨੂੰ ਕਿਹਾ ਹੁੰਦਾ ਵੀ 5 ਤੋਂ ਬਣਾਓ ਜਾਂ ਕਿਸੇ ਹੋਰ ਵੈਲਿਊ ਤੋਂ ਬਣਾਓ, ਫਿਰ ਤੁਸੀਂ ਜਿੰਨੇ ਓਰੀਜਨ ਦੇ ਵਿੱਚ ਜੋ ਮੈਂ ਪੁਆਇੰਟਸ ਦਿੱਤੇ ਹੁੰਦੇ, ਮਤਲਬ ਜਿੱਥੋਂ ਬਣਾਉਣ ਨੂੰ ਕਿਹਾ ਸੋ ਉਹਨੂੰ ਪਲੱਸ ਕਰ ਦੇ। ਤਾਂ ਤੁਸੀਂ ਅਗਲੀ ਪ੍ਰੋਬਲਮ ਦੇ ਵਿੱਚ ਨੋਟ ਕਰੋ ਇਸ ਚੀਜ਼ ਨੂੰ, ਉੱਥੇ ਆਪਾਂ 4th ਸਟੈਪ ਲਾਵਾਂਗੇ। ਇੱਥੇ ਲੋਡ ਨਹੀਂ ਹੈ ਕਿਉਂਕਿ ਅਸੀਂ ਸਰਕਲ ਸੈਂਟਰ 'ਚ ਹੀ ਬਣਾ ਰਹੇ ਹਾਂ, ਓਰੀਜਨ 'ਤੇ ਹੀ ਬਣਾ ਰਹੇ ਹਾਂ, ਸੌਰੀ। ਹੁਣ ਇੰਨਾ ਸਾਰਾ ਕਰਨ ਤੋਂ ਬਾਅਦ ਹੋਇਆ ਕਿ ਬੇਟਾ ਸਾਡੇ ਕੋਲ ਵੇਟ, ਹਾਂਜੀ, ਤਾਂ ਇੱਥੇ ਤੱਕ ਅਸੀਂ ਪੁਆਇੰਟਸ ਇੱਦਾਂ ਪਲਾਟ ਕਰਦੇ ਰਹਾਂਗੇ। ਕਰਨ ਤੋਂ ਬਾਅਦ ਸਾਡੇ ਕੋਲ ਸਾਰੇ ਪੁਆਇੰਟਸ ਆ ਜਾਣਗੇ, ਤੁਹਾਡੇ ਫਸਟ ਔਕਟੈਂਟ ਦੇ ਸਾਰੇ ਪੁਆਇੰਟਸ ਨਿਕਲ ਗਏ। ਹੁਣ ਫਸਟ ਔਕਟੈਂਟ ਦੇ ਸਾਰੇ ਪੁਆਇੰਟਸ ਜਦੋਂ ਨਿਕਲ ਗਏ ਤੁਹਾਡੇ ਕੋਲ, ਤਾਂ ਤੁਸੀਂ ਕੀ ਕਰਨਾ, ਸੈਕਿੰਡ ਔਕਟੈਂਟ ਦੇ ਉਹਦੀਆਂ ਵੈਲਿਊਜ਼ ਨੂੰ ਹੀ ਸਵੈਪ ਕਰਕੇ, ਮਤਲਬ ਐਕਸ ਵਾਈ ਨੂੰ ਘੁਮਾ ਕੇ ਹੀ ਕੰਪਿਊਟ ਕਰ ਲਓ। ਤਾਂ ਹੁਣ ਇੱਥੇ ਅਸੀਂ ਕੀ ਕਰਾਂਗੇ, ਐਕਸ ਵਾਈ ਦੀ ਵੈਲਿਊ ਘੁਮਾਉਣੀ, ਮਤਲਬ ਤੁਸੀਂ ਦੇਖੋ ਜੇਕਰ ਤੁਹਾਡੇ ਕੋਲ ਜਿਹੜੀਆਂ ਸਟਾਰਟਿੰਗ ਵੈਲਿਊਜ਼ ਨੇ ਔਕਟੈਂਟ 1 ਦੀਆਂ ਉਹ ਇਹ ਵਾਲੀਆਂ ਆਈਆਂ ਸੀ, ਵੇਟ ਆਹ ਵਾਲੀਆਂ ਵੈਲਿਊਜ਼ ਆਈਆਂ ਸਾਡੇ ਕੋਲੋਂ, ਤਾਂ ਅਸੀਂ ਹੁਣ ਇਹਦੇ 'ਚੋਂ ਵਾਈ ਘੁਮਾ ਦਿਆਂਗੇ। ਜੋ ਐਕਸ ਦੀ ਵੈਲਿਊ ਸੀਗੀ ਉਹ ਵਾਈ ਦੀ ਬਣ ਜਾਇਆ ਕਰੂਗੀ, ਵਾਈ ਦੀ ਵੈਲਿਊ ਐਕਸ ਦੀ, ਜਿਵੇਂ ਇੱਥੇ ਸੀਗਾ 4 6, ਇੱਥੇ ਬਣ ਜੂ 6 4, 3 7 7 3, 2 8 8 2, 1 8 8 1, 0 8 8 0। ਇੰਨਾ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਪੂਰੇ ਕੁਆਡਰੈਂਟ ਦੇ, ਪਹਿਲਾਂ ਸਾਡੇ ਕੋਲ ਇੱਕ ਔਕਟੈਂਟ ਦੇ ਅਸੀਂ ਇੰਨੀਆਂ ਵੈਲਿਊਜ਼ ਫਾਈਂਡ ਆਊਟ ਕੀਤੀਆਂ, ਉਸੇ ਦੇ ਐਕਸ ਵਾਈ ਨੂੰ ਘੁਮਾ ਕੇ ਅਸੀਂ ਆਹ ਵਾਲੀਆਂ ਵੈਲਿਊਜ਼ ਵੀ ਫਾਈਂਡ ਆਊਟ ਕਰ ਲਈਆਂ, ਅਤੇ ਹੁਣ ਉਸੇ ਕੁਆਡਰੈਂਟ ਨੂੰ ਘੁਮਾ ਕੇ ਅਸੀਂ ਅਗਲੀਆਂ ਵੈਲਿਊਜ਼ ਫਾਈਂਡ ਆਊਟ ਕਰਾਂਗੇ। ਕੁਆਡਰੈਂਟ ਨੂੰ ਕਿਵੇਂ ਘੁਮਾਉਣਾ, ਜੋ ਤੁਹਾਡੇ ਫਸਟ ਕੁਆਡਰੈਂਟ ਦੀਆਂ ਵੈਲਿਊਜ਼ ਆਈਆਂ ਐਕਸ ਵਾਈ, ਅਗਲੇ ਵਿੱਚ ਐਕਸ ਨੂੰ ਨੈਗੇਟਿਵ ਕਰ ਦਿਓ, ਬਾਈ ਉਵੇਂ ਹੀ ਰੱਖ ਲਓ। ਤਾਂ ਤੁਸੀਂ ਦੇਖੋ ਆਹ ਵਾਲੀਆਂ ਵੈਲਿਊਜ਼ ਹੀ ਨੇ, ਬਸ ਸਿਰਫ ਲੌਜਿਕ ਹੀ ਲਾਇਆ।
x ਨੂੰ ਨੈਗੇਟਿਵ ਕੀਤਾ, ਉੱਪਰ ਲਿਖਿਆ ਨਾ ਬੇਟਾ ਮੈਂ ਮਾਈਨਸ ਐਕਸ ਵਾਈ। ਜੇ ਇੱਥੋਂ ਵੀ ਤੁਹਾਡੇ ਨਹੀਂ ਧਿਆਨ 'ਚ ਤਾਂ ਤੁਸੀਂ ਦੇਖੋ ਜਿੱਥੋਂ ਪਹਿਲਾਂ ਤੁਹਾਨੂੰ ਮੈਂ ਸਿਮੈਟਰੀ ਕਰਵਾਈ ਹੋਈ ਹੈ ਉਹ 'ਚ ਮੈਂ ਦੱਸਿਆ ਹੋਇਆ ਕਿ ਜੇ ਮੇਰਾ ਪਹਿਲਾ ਕੁਆਡਰੈਂਟ ਪੁੱਤ ਆਇਆ ਸੀਗਾ ਐਕਸ ਵਾਈ ਕਰਕੇ ਤਾਂ ਮੇਰਾ ਕੁਆਡਰੈਂਟ 2 ਆਊਗਾ ਮਾਈਨਸ ਐਕਸ ਅਤੇ ਵਾਈ ਕਰਕੇ। ਤੀਜਾ ਉਹੀ ਵੈਲਿਊਜ਼ ਨੂੰ ਮਾਈਨਸ ਐਕਸ ਮਾਈਨਸ ਵਾਈ ਕਰੋ ਅਤੇ ਇਹਨੂੰ ਫੋਰਥ ਨੂੰ ਐਕਸ ਮਾਈਨਸ ਵਾਈ ਕਰੋ। ਤਾਂ ਇਸੇ ਤਰੀਕੇ ਨਾਲ ਅਸੀਂ ਵੈਲਿਊਜ਼ ਕੰਪਿਊਟ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਪਹਿਲੇ ਕੁਆਡਰੈਂਟ ਦੀਆਂ ਵੈਲਿਊਜ਼ 'ਚ ਦੂਜੇ ਦੇ ਵਿੱਚ ਕੀ ਆ, ਦੂਜੇ ਦੇ ਵਿੱਚ ਅਸੀਂ ਕੁਝ ਇਸ ਤਰੀਕੇ ਨਾਲ ਜਿਹੜਾ ਹੈ ਉਹ ਕੀਤਾ ਉਹਨਾਂ ਵੈਲਿਊਜ਼ ਨੂੰ। ਤੀਸਰੇ ਕੁਆਡਰੈਂਟ 'ਚ ਮਾਈਨਸ ਐਕਸ ਮਾਈਨਸ ਵਾਈ ਕਰੋ, ਸੌਰੀ ਹਾਂਜੀ ਤੀਸਰੇ ਕੁਆਡਰੈਂਟ 'ਚ ਮਾਈਨਸ ਐਕਸ ਮਾਈਨਸ ਵਾਈ ਕਰ ਦਿਓ ਅਤੇ ਚੌਥੇ ਦੇ ਵਿੱਚ ਐਕਸ ਮਾਈਨਸ ਵਾਈ ਕਰੋ। ਤਾਂ ਹੋ ਗਈਆਂ ਤੁਹਾਡੀਆਂ ਜਿਹੜੀਆਂ ਵੈਲਿਊਜ਼ ਸੀ ਉਹ ਚਾਰੇ ਕੁਆਡਰੈਂਟ ਦਾ ਫਾਈਨ। ਅਸੀਂ ਸਿਰਫ ਇੱਕ ਕੁਆਡਰੈਂਟ ਦੀਆਂ ਕੀਤੀਆਂ। ਇੱਕ ਕੁਆਡਰੈਂਟ ਦੀਆਂ ਕਰਨ ਤੋਂ ਬਾਅਦ ਅਸੀਂ ਕੀ ਕੀਤਾ, ਇਸੇ ਨੂੰ ਐਕਸ ਵਾਈ ਨੂੰ ਸਵੈਪ ਕਰਕੇ ਦੂਜੀਆਂ ਵੈਲਿਊਜ਼ ਫਾਈਂਡ ਆਊਟ ਕਰ ਲਿਆ। ਇੰਨੇ ਨਾਲ ਸਾਡੇ ਕੋਲ ਇੱਕ ਕੁਆਡਰੈਂਟ ਦੀਆਂ ਆਈਆਂ, ਫਿਰ ਦੂਸਰੇ ਕੁਆਡਰੈਂਟ ਦੀਆਂ, ਤੀਸਰੇ ਦੀਆਂ, ਚੌਥੇ ਦੀਆਂ ਅਸੀਂ ਫਾਈਂਡ ਆਊਟ ਕੀਤੀਆਂ 8 ਵੇ ਸਿਮੈਟਰੀ ਨੂੰ ਫੋਲੋ ਕਰਦੇ ਹੋਏ। ਅਤੇ ਇਸ ਤੋਂ ਬਾਅਦ ਸਾਡੀ ਜਿਹੜੀ ਐਗਜ਼ਾਮਪਲ ਹੈ ਟੂ ਐਗਜ਼ਾਮਪਲ ਕਰਵਾਉਣ ਦਾ ਮੇਰਾ ਇੱਕ ਹੀ ਰੀਜ਼ਨ ਹੈ ਕਿ ਇੱਥੇ ਜਿਹੜਾ ਸਰਕਲ ਹੈ ਤੁਸੀਂ ਉਹ ਸੈਂਟਰ 'ਚ ਨਾਲ ਮਤਲਬ ਓਰੀਜਨ ਦੇ ਨਾਲ ਲਗਾ ਕੇ ਅਸੀਂ ਪੋਜੀਸ਼ਨ ਦਿੱਤੀ ਹੈ ਕਿ ਤੁਸੀਂ 10-10 ਤੋਂ ਸਰਕਲ ਲਗਾਓਗੇ ਅਤੇ ਰੇਡੀਅਸ 10 ਦਾ ਲਗਾਓਗੇ। ਮਤਲਬ ਸੈਂਟਰ ਸਰਕਲ ਦਾ ਕਿੱਥੋਂ ਗਾ 10-10 ਤੇ, ਜਿੱਥੇ ਐਕਸ ਵੀ 10 ਹੈ ਵਾਈ ਵੀ 10 ਹੈ, ਕੁਛ ਇੱਥੋਂ ਤੁਸੀਂ ਸਰਕਲ ਲਗਾਉਣਾ ਸ਼ੁਰੂ ਕਰੋਗੇ। ਠੀਕ ਹੈ, 10-10 ਸਾਰੇ ਕਿਤੇ ਸਰਕਲ ਜਿਹੜਾ ਹੈ ਉਹ ਘੁਮਾਓਗੇ ਇੱਦਾਂ। ਹੁਣ ਸਰਕਲ ਦਾ ਸੈਂਟਰ ਪੁਆਇੰਟ ਓਰੀਜਨ ਨਹੀਂ ਹੈ, ਪਹਿਲਾਂ ਅਸੀਂ ਇੱਥੋਂ ਓਰੀਜਨ ਮੰਨ ਕੇ ਇੱਥੋਂ ਹੀ ਘੁਮਾ ਦਿੰਦੇ ਸੀ ਸਰਕਲ। ਹੁਣ ਜਸਟ ਇਹ ਵਾਲੀ ਵੈਲਿਊ ਫੋਰਥ ਸਟੈਪ ਦੇ ਵਿੱਚ ਪਲੱਸ ਕਰਨੀ ਹੋਊਗੀ, ਜਿਹੜੀ ਕਿ ਤੁਹਾਨੂੰ ਮੈਂ ਸ਼ੋਅ ਕਰਕੇ ਦਿਖਾਉਣੀ ਆ। ਤਾਂ ਤੁਹਾਨੂੰ ਸੈਂਟਰ ਪੁਆਇੰਟ ਦਿੱਤੇ ਹੋਏ ਨੇ, ਐਕਸ ਸਾਡਾ ਕਿੰਨਾ ਗਾ 10 ਹੈ, ਵਾਈ 0 ਸਾਡੀ 10 ਹੈ, ਰੇਡੀਅਸ ਸਾਡੇ ਕੋਲ 10 ਹੈ। ਤਾਂ ਅਸੀਂ ਸਾਡਾ ਪਹਿਲਾ ਪੁਆਇੰਟ ਸਟੈਪ ਚਲਾਇਆ, ਐਕਸ ਨੂੰ ਅਸੀਂ 0 ਮੰਨ ਲਿਆ, ਇੱਕ ਵਾਰ ਅਸੀਂ 0 ਮੰਨ ਕੇ ਕੱਢਾਂਗੇ, ਵਾਈ ਨੂੰ ਰੇਡੀਅਸ ਜਿੰਨਾ ਮੰਨ ਲਿਆ। ਠੀਕ ਹੈ ਜੀ 10। ਫਿਰ ਅਸੀਂ ਡਿਸੀਜ਼ਨ ਪੈਰਾਮੀਟਰ ਦੀ ਵੈਲਿਊ ਜਿਹੜੀ ਹੈ ਉਹ ਫਾਈਂਡ ਆਊਟ ਕਰਕੇ ਐਕਸ ਵਾਈ ਦੀਆਂ ਵੈਲਿਊਜ਼ ਕੰਪਿਊਟ ਕੀਤੀਆਂ। ਕੰਪਿਊਟ ਕਰਨ ਤੋਂ ਬਾਅਦ ਆਪਾਂ ਉੱਥੇ ਪੁਆਇੰਟ ਨਹੀਂ ਲਾ ਦੇਣਾ। ਹੁਣ ਜਿਵੇਂ ਸਾਡੇ ਕੋਲ ਐਕਸ ਤਾਂ ਆ ਗਿਆ 1, ਵਾਈ ਆ ਗਈ 10, ਅਸੀਂ 1-10 ਤੇ ਪੁਆਇੰਟ ਨਹੀਂ ਲਾ ਦਿਆਂਗੇ। ਅਸੀਂ ਉਹਦੇ ਵਿੱਚ ਜੋ ਸਟਾਰਟਿੰਗ ਦੇ ਵਿੱਚ ਅਸੀਂ ਕਿਹਾ ਸੀ ਕਿ ਸੈਂਟਰ ਪੁਆਇੰਟ ਇਹ ਮੰਨਾਂਗੇ। ਹੁਣ 10-10 ਇਹਨੂੰ ਪਲੱਸ ਕਰੋ, ਯਾਨੀ ਕਿ ਐਕਸ ਨੂੰ 1 ਤੇ ਨਹੀਂ, ਇਹਦੇ 'ਚ 10 ਜੋੜ ਕੇ 11 ਤੇ ਲੱਗੂਗਾ, ਵਾਈ 10 ਤੇ ਨਹੀਂ, ਇਹਦੇ ਵਿੱਚ 10 ਜੋੜ ਕੇ 20 ਤੇ ਲੱਗੂਗੀ। ਠੀਕ ਹੈ, ਤਾਂ ਆਈਓ ਮੇਰਾ ਮੇਨ ਜਿਹੜਾ ਫੋਕਸ ਸੀ ਇਸ ਐਗਜ਼ਾਮਪਲ ਦੇ ਵਿੱਚ ਕਿ ਕੁਛ ਇਸ ਤਰ੍ਹਾਂ ਨਾਲ ਆਪਾਂ ਪੁਆਇੰਟਸ ਨੂੰ ਪਲਾਟ ਕਰਾਂਗੇ। ਅਤੇ ਇਹ ਕੰਮ ਉਹਨਾਂ ਟਾਈਮ ਕਰੀ ਜਾਵਾਂਗੇ ਜਿੰਨਾ ਟਾਈਮ ਐਕਸ ਵੱਡਾ ਰਹੂਗਾ ਵਾਈ ਤੋਂ। ਅਤੇ ਇਹ ਕਰਨ ਤੋਂ ਬਾਅਦ ਤੁਹਾਨੂੰ ਪਤਾ ਕਿ ਆਪਣੇ ਕੋਲ ਪੂਰਾ ਸਟੈਪ ਚਲਾਉਣ ਤੋਂ ਬਾਅਦ ਇੱਕ ਆਕਟੈਂਟ ਦੀ ਵੈਲਿਊ ਆਊਗੀ। ਇੱਕ ਆਕਟੈਂਟ ਦੀ ਵੈਲਿਊ ਤੋਂ ਬਾਅਦ ਅਸੀਂ ਉਸੇ ਵੈਲਿਊਜ਼ ਨੂੰ ਘੁਮਾ ਕੇ ਦੂਜੇ ਆਕਟੈਂਟ ਦੀਆਂ ਫਾਈਂਡ ਆਊਟ ਕਰ ਲਾਂਗੇ ਐਕਸ ਵਾਈ ਨੂੰ ਸਵੈਪ ਕਰਕੇ। ਅਤੇ ਫਾਈਨਲੀ ਅਸੀਂ ਸਾਰੇ ਕੁਆਡਰੈਂਟਸ ਦੇ ਵੈਲਿਊਜ਼ ਜੋ ਨੇ ਉਹ ਫਾਈਂਡ ਆਊਟ ਕਰ ਲਾਂਗੇ। ਅਤੇ ਮੈਂ ਐਗਜ਼ਾਮਪਲ ਦੇ ਥਰੂ ਥਿਓਰੈਟੀਕਲੀ ਨਹੀਂ ਬਹੁਤਾ ਕਰਵਾ ਰਹੀ, ਤਾਂ ਇਹ ਤੁਸੀਂ ਕਵਰ ਕਰਕੇ ਦੇਖੋਗੇ।